Okay, good afternoon once again, all the students. Yesterday we were talking about antennas, discussed some terms associated with antenna like beamwidth, bandwidth, polarization, then Hertz antenna, and we made some brief description about resonant antennas. So today we will discuss all types of resonant antennas. First, what is half wave dipole antenna? This is again a resonant antenna. So let me tell you that a transmission line that which can be converted into a dipole antenna, and simplest dipole antenna is of length lambda by 2। ਠੀਕ ਹੈ, ਜਿਹੜੀ ਜਿਹਦੀ ਟਰਾਂਸਮਿਸ਼ਨ ਲਾਈਨ ਦੀ ਲੈਂਥ ਲੈਮਡਾ ਬਾਈ 2 ਹੈ ਜਾਂ ਹਾਫ ਵੇਵ ਮਲਟੀਪਲ ਆਫ ਹਾਫ ਵੇਵ ਲੈਂਥਸ ਹੈ, ਉਹਨੂੰ ਅਸੀਂ ਰੈਜ਼ੋਨੈਂਟ ਐਂਟੀਨਾਸ ਕਹਿ ਸਕਦੇ ਹਾਂ। ਆ ਦੇਖੋ ਅੱਗੇ, ਡਾਇਪੋਲ ਐਂਟੀਨਾਸ ਆਰ ਆਲਸੋ ਕਾਲਡ ਐਜ਼ ਰੈਜ਼ੋਨੈਂਟ ਐਂਟੀਨਾਸ। ਰੈਜ਼ੋਨੈਂਟ ਐਂਟੀਨਾ ਕੋਰਸਪੋਂਡਸ ਟੂ ਰੈਜ਼ੋਨੈਂਟ ਟਰਾਂਸਮਿਸ਼ਨ ਲਾਈਨ। ਓਕੇ, ਕਿਵੇਂ? ਜਿਹੜੀ ਟਰਾਂਸਮਿਸ਼ਨ ਲਾਈਨ ਹੈ ਇਹਦੀ ਰੈਜ਼ੋਨੈਂਟ ਲੈਂਥ ਕੀ ਆ? ਦੇਖੋ, ਲੈਂਥ ਵਿਚ ਇਜ਼ ਮਲਟੀਪਲ ਆਫ ਹਾਫ ਵੇਵ ਲੈਂਥ। ਜਿਵੇਂ ਰੈਜ਼ੋਨੈਂਟ ਐਂਟੀਨਾ ਪਹਿਲੀ ਜਿੱਦਾਂ 1 into lambda by 2 lambda by 2 बन गया, 2 into lambda by 2 2 ना 2 कटे कला lambda, ठीक है रहेगा 3 lambda by 2। सो ये ऑल मल्टीपल्स है गया lambda by 2 ਦੇ। ਸੋ ਇਸ ਕਰਕੇ ਇਹਨਾਂ ਡਾਇਪੋਲ ਐਂਟੀਨਾ ਨੂੰ ਅਸੀਂ ਰੈਜ਼ੋਨੈਂਟ ਐਂਟੀਨਾਸ ਕਹਿੰਦੇ ਆ। ਠੀਕ ਹੈ, ਆਪਾਂ ਜਿੱਦਾਂ ਪਿਛਲੇ ਸੈਕਸ਼ਨ ਵਿੱਚ ਦੇਖਿਆ ਸੀ ਵੀ ਜਿਹੜਾ ਡਾਇਪੋਲ ਐਂਟੀਨਾ ਬਣਦਾ ਕਿਦਾਂ, ਇੱਕ ਵਾਇਰ ਹੈ, ਵਾਇਰ ਕੈਨ ਐਕਟ ਐਜ਼ ਐਨ ਐਂਟੀਨਾ, ਪਰ ਉਹਦੀ ਜਦੋਂ ਇੱਕ ਟਰਾਂਸਮਿਟਿੰਗ ਐਂਡ ਤੋਂ ਦੂਜੇ ਐਂਡ ਨੂੰ ਅਸੀਂ ਭੇਜਦੇ ਹਾਂ ਸਿਗਨਲ ਹਾਈ ਫ੍ਰੀਕੁਐਂਸੀ ਤੇ ਦੂਜੇ ਐਂਡ ਦੇ ਵਿੱਚ ਕੁਝ ਸਿਗਨਲ ਭਾਵੇਂ ਹੀ ਓਪਨ ਰੱਖ ਲਈਏ, ਕੁਝ ਸਿਗਨਲ ਅਬਜ਼ੌਰਬ ਹੋ ਜਾਂਦਾ, ਕੁਝ ਰੇਡੀਏਟ ਹੋ ਜਾਂਦਾ, ਕੁਝ ਬੈਕ ਰਿਫਲੈਕਟ ਹੋ ਜਾਂਦਾ। ਪਰ ਅਸੀਂ ਕਹਿੰਦੇ ਕਿ ਸਾਰਾ ਹੀ ਸਿਗਨਲ ਜਿਹੜਾ ਰੇਡੀਏਟ ਹੋਣਾ ਚਾਹੀਦਾ। ਇਹਦਾ ਮਤਲਬ ਸਪੇਸ ਦੇ ਵਿੱਚ ਜਾਣ ਲਈ ਸਪੇਸ ਦੀ ਆਪਣੀ ਇੰਪੀਡੈਂਸ ਹੋਣੀ ਚਾਹੀਦੀ ਹੈ। ਫਿਰ ਅਸੀਂ ਉਹਦਾ ਮੂੰਹ ਖੋਲ ਦਿੰਦੇ ਹਾਂ, ਉਹਨੂੰ ਓਪਨ ਕਰ ਦਿੰਦੇ ਹਾਂ, ਪਰ ਇੰਨਾ ਖੋਲ ਦਿੰਦੇ ਵੀ ਉਹ ਐਂਗਲ ਹੀ 90 ਡਿਗਰੀ ਤੇ ਬਣ ਜਾਂਦਾ, 90 ਤੋਂ 90 ਤੇ ਇੱਕਦਮ ਸਟ੍ਰੇਟ ਲਾਈਨ ਬਣ ਜਾਂਦੀ ਜਿੱਦਾਂ 180। ਤਾਂ ਉਹ ਲੈਂਥ ਜੇ ਲੈਮਡਾ ਬਾਈ 2 ਦੇ ਬਰਾਬਰ ਹੈ, ਇੱਥੇ ਲੈਮਡਾ ਬਾਈ 2 ਦਾ ਮਤਲਬ ਹੈ ਵੀ ਜਿਸ ਫ੍ਰੀਕੁਐਂਸੀ ਰੇਂਜ ਤੇ ਅਸੀਂ ਉਹਨੂੰ ਆਪਰੇਟ ਕਰ ਰਹੇ ਹਾਂ ਉੱਥੋਂ ਵੇਵਲੈਂਥ ਕੱਢ ਲੈਣੀ, ਉਹਦਾ ਹਾਫ ਲੈ ਲੈਣਾ। ਸਮਝ ਆਈ? ਤੇ ਉਹਦਾ ਹਾਫ। ਸੋ ਇਹਨੂੰ ਅਸੀਂ ਇੱਥੇ ਇਹ ਆ ਕਿ ਜਿਹੜੇ ਇਸ ਫੀਡ ਪੁਆਇੰਟ ਜਿਹੜੀ ਵੀ ਟਰਾਂਸਮਿਟ ਲਾਈਨ ਸੀ ਉਹਦਾ ਜਿਹੜਾ ਫਾਰ ਐਂਡ ਆ ਜਾਣੀ ਰਿਸੀਵਿੰਗ ਐਂਡ ਆ, ਉਹਨੂੰ ਅਸੀਂ ਓਪਨ ਸਰਕਟ ਕਰ ਲਿਆ। ਔਰ ਜੇ ਆਹ ਲੈਂਥ ਇਸ ਪੁਆਇੰਟ ਤੋਂ ਲੈ ਕੇ ਇੱਥੇ ਤੱਕ ਲੈਮਡਾ ਬਾਈ 2 ਆ, ਤੇ ਲੈਮਡਾ ਬਾਈ 2 ਦਾ ਮਤਲਬ ਹੈ ਜਿਹੜੀ ਆਪਰੇਟਿੰਗ ਵੇਵ ਲੈਂਥ ਹੈ ਉਹਦਾ ਹਾਫ। ਜਿਸ ਫ੍ਰੀਕੁਐਂਸੀ ਰੇਂਜ ਤੇ ਇਹਨੂੰ ਅਸੀਂ ਆਪਰੇਟ ਕਰ ਰਹੇ ਹਾਂ ਉੱਥੋਂ ਵੇਵ ਲੈਂਥ ਕੱਢ ਲਓ, ਵੇਵ ਲੈਂਥ ਕੱਢ ਕੇ ਉਹਦਾ ਹਾਫ ਲੈ ਲਓ। ਸੋ ਜੇ ਇੰਨੀ ਲੈਂਥ ਹੈ ਇਹਦੀ ਐਸ ਇਹਨਾਂ ਪੁਆਇੰਟਾਂ ਦੀ, ਇਹਦਾ ਮਤਲਬ ਜਿੰਨੀ ਇੱਧਰੋਂ ਸਿਗਨਲ ਆਇਆ ਸਾਰਾ ਹੀ ਸਪੇਸ ਦੇ ਵਿੱਚ ਰੇਡੀਏਟ ਹੋ ਜਾਏਗਾ। ਠੀਕ ਆ, ਇਹਨੂੰ ਅਸੀਂ ਹਾਫ ਵੇਵ ਡਾਇਪੋਲ ਐਂਟੀਨਾ ਕਹਿੰਦੇ। ਕਲੀਅਰ? ਹੁਣ ਜੇ ਅਸੀਂ ਸਪੋਜ਼ ਐਸ ਐਂਡ ਤੇ ਇਹਨੂੰ ਐਨਰਜਾਈਜ਼ ਕਰਦੇ ਹਾਂ, ਫੀਡ ਕਰਦੇ ਹਾਂ ਤਾਂ ਸਿੰਪਲ ਨੈਚੁਰਲੀ ਵੋਲਟੇਜ ਕਰੰਟ ਤਾਂ ਇਹਦੇ ਅਲੋਂਗ ਹੋਣਗੇ। ਤੋ ਫੀਡ ਪੁਆਇੰਟ ਤੇ ਜਿਹੜਾ ਵੋਲਟੇਜ ਮੈਕਸਿਮਮ ਬਣ ਜਾਂਦਾ, ਸੌਰੀ ਕਰੰਟ ਮੈਕਸਿਮਮ ਬਣ ਜਾਂਦਾ, ਉਹਨੂੰ ਬੋਲਦੇ ਅਸੀਂ ਕਰੰਟ ਐਂਟੀ ਨੋਡ। ਠੀਕ ਹੈ, ਤੇ ਫਾਰ ਐਂਡ ਤੇ ਇੱਧਰ ਤੇ ਇੱਧਰ ਕਿਉਂਕਿ ਸਰਕਟ ਓਪਨ ਆ, ਤਾਂ ਓਪਨ ਸਰਕਟ ਵਿੱਚ ਵੋਲਟੇਜ ਮੈਕਸਿਮਮ ਹੋ ਜਾਂਦੀ ਆ, ਉਹਨੂੰ ਵੋਲਟੇਜ ਐਂਟੀ ਨੋਡ ਕਹਿੰਦੇ ਆ। ਸੋ ਫੀਡ ਪੁਆਇੰਟ ਤੇ ਜਾਂ ਸੈਂਟਰ ਤੇ ਕਰੰਟ ਐਂਟੀ ਨੋਡ ਬਣ ਗਿਆ, ਜਿਹਨੂੰ ਕਰੰਟ ਮੈਕਸਿਮਮ ਬੋਲਦੇ ਆ, ਤੇ ਜਿਹੜੀ ਫਾਰ ਐਂਡ ਆ ਉੱਥੇ ਵੋਲਟੇਜ ਐਂਟੀ ਨੋਡ ਬਣ ਗਿਆ। ਔਰ ਨੋਡ ਵੋਲਟੇਜ ਕੀ ਹੁੰਦੀ? ਨੋਡ ਵੋਲਟੇਜ ਦਾ ਮਤਲਬ ਜਿਸ ਪੁਆਇੰਟ ਤੇ ਵੋਲਟੇਜ ਜ਼ੀਰੋ ਹੋਵੇ। ਸੋ ਆਹ ਦੇਖੋ, ਆਹ ਵੋਲਟੇਜ ਇਸ ਪੁਆਇੰਟ ਤੇ ਇੱਥੇ ਜ਼ੀਰੋ ਆ, ਇਹਨੂੰ ਨੈਗੇਟਿਵ। ਠੀਕ ਹੈ ਨਾ, ਨੈਗੇਟਿਵ ਮੈਕਸਿਮਮ, ਇੱਧਰ ਪੋਜ਼ਿਟਿਵ ਮੈਕਸਿਮਮ। ਕਾਰਨ ਕਿਉਂਕਿ ਸਰਕਟ ਓਪਨ ਹੈ। ਓਪਨ ਸਰਕਟ ਦੇ ਵਿੱਚ ਇੰਪੀਡੈਂਸ ਜਿਹੜੀ ਆ Z ਇਜ਼ ਇਕੁਅਲ ਟੂ V ਬਟੇ I, ਇੰਪੀਡੈਂਸ ਇਨਫਾਈਨਾਈਟ ਹੈ। V ਬਟੇ I, ਕਰੰਟ ਜ਼ੀਰੋ ਹੋ ਗਿਆ ਨਾ, ਵੋਲਟੇਜ ਮੈਕਸਿਮਮ ਹੋ ਗਈ। ਸੋ ਇਸ ਪੁਆਇੰਟ ਤੇ ਫੀਡ ਪੁਆਇੰਟ ਤੇ ਵੋਲਟੇਜ ਮੈਕਸਿਮਮ ਸੌਰੀ ਵੋਲਟੇਜ ਜ਼ੀਰੋ ਹੋ ਗਈ ਜਾਂ ਮਿਨੀਮਮ ਹੋ ਗਈ। ਅਸਲ ਕੀ ਆ ਕਿ ਇਹਦੇ ਅਲੋਂਗ ਸਟੈਂਡਿੰਗ ਵੇਵਸ ਬਣ ਜਾਂਦੀਆਂ ਕਿਉਂਕਿ ਸਰਕਟ ਓਪਨ ਆ। ਸਰਕਟ ਓਪਨ ਦਾ ਮਤਲਬ ਹੈ ਸੋਰਸ ਐਂਡ ਤੇ ਫਾਰ ਐਂਡ ਦੀ ਜਿਹੜੀ ਇੰਪੀਡੈਂਸ ਮੈਚ ਨਹੀਂ ਕਰ ਰਹੀ। तो फिर जो मैच नहीं कर रहे थे ਉਹਦੇ ਅਗੇਂਸਟ ਸਟੈਂਡਿੰਗ ਵੇਵ ਪੈਟਰਨਸ ਬਣ ਜਾਂਦੀਆਂ ਇਦਾਂ, ਜਿਹਦੇ ਵਿੱਚ ਨੋਡ ਤੇ ਐਂਟੀ ਨੋਡ ਬਣ ਜਾਂਦੇ ਵੋਲਟੇਜ ਤੇ ਕਰੰਟ ਤੇ। ਕਲੀਅਰ? ਹੈਲੋ हाँ ਹੈਲੋ। जी। ਹਾਂ, ਫੀਡ ਜਿਹੜਾ ਕਰਨਾ ਅਸੀਂ ਕਿਸੇ ਵੀ ਆਰਐਫ ਜਨਰੇਟਰ ਦੇ ਨਾਲ ਫੀਡ ਪੁਆਇੰਟ ਨੂੰ ਅਸੀਂ ਕਰ ਦਿੰਦੇ, ਜਿਹੜੀਆਂ ਵੇਵਸ ਟਰੈਵਲ ਕਰਨੀਆਂ ਉਹਦੀਆਂ ਸਟੈਂਡਿੰਗ ਵੇਵਸ ਸੈਟਅਪ ਹੋ ਜਾਂਦੀਆਂ ਅਲੋਂਗ ਦੀ ਲੈਂਥ ਆਫ ਦੀ ਐਂਟੀਨਾ। ਠੀਕ ਹੈ, ਇਹ ਮੈਂ ਦੱਸ ਚੁੱਕਾ ਤੁਹਾਨੂੰ। ਯਾਨੀ ਵੋਲਟੇਜ ਮੈਕਸਿਮਮ ਜਾਂ ਕਰੰਟ ਮੈਕਸਿਮਮ, ਵੋਲਟੇਜ ਮਿਨੀਮਮ ਜਾਂ ਕਰੰਟ ਮਿਨੀਮਮ। ਨੋਡਸ ਪੁਆਇੰਟ ਤੇ ਕਰੰਟ ਵੀ ਮਿਨੀਮਮ ਹੈ ਤੇ ਵੋਲਟੇਜ ਵੀ ਮਿਨੀਮਮ ਹੈ। ਐਂਟੀ ਨੋਡ ਤੇ ਕਰੰਟ ਵੀ ਮੈਕਸਿਮਮ ਹੈ ਤੇ ਵੋਲਟੇਜ ਵੀ ਮੈਕਸਿਮਮ ਹੈ। ਠੀਕ ਹੈ, ਔਰ ਜਿਹੜਾ ਉਹਨਾਂ ਨੇ ਕਿਹਾ ਕਿ ਵੋਲਟੇਜ ਨੋਡ ਦਾ ਮਤਲਬ ਵੋਲਟੇਜ ਮਿਨੀਮਮ ਜਾਂ ਵੋਲਟੇਜ ਜ਼ੀਰੋ, ਤੇ ਕਰੰਟ ਐਂਟੀ ਨੋਡ ਉਹ ਆਪਾਂ ਫੀਡ ਪੁਆਇੰਟ ਤੇ ਆਬਜ਼ਰਵ ਕਰਦੇ ਹਾਂ। ਆ ਦੇਖੋ, ਜੇ ਇਹਦੀ ਟੋਟਲ ਲੈਂਥ ਲੈਮਡਾ ਬਾਈ 2 ਆ ਤੇ ਹਾਫ ਕਿੰਨੀ ਹੋ ਗਈ? ਸ਼ਾਬਾਸ਼ ਸ਼ਾਬਾਸ਼, ਬੋਲੋ। ਜੇ ਟੋਟਲ ਲੈਂਥ ਆ ਲੈਮਡਾ ਬਾਈ 2 ਆ, ਇਹਦਾ ਹਾਫ ਕਿੰਨਾ ਹੋਊਗਾ? ਸ਼ਾਬਾਸ਼।
ਉਹ λ/2 ਦਾ ਹਾਫ ਕਿੰਨਾ ਹੋਊ? λ/4 λ/4 है ना। सो λ/4 ਤੇ ਕਰੰਟ ਮੈਕਸਿਮਮ ਹੈ ਤੇ ਵੋਲਟੇਜ ਮਿਨੀਮਮ, ਵੋਲਟੇਜ ਯਾਨੀ 0 ਹੈ ਆਲਮੋਸਟ ਫੀਡ ਪੁਆਇੰਟ ਤੇ, ਠੀਕ ਹੈ। ਆ ਦੇ ਐਂਡ ਪੁਆਇੰਟਸ ਤੋਂ ਉਹ λ/4 ਦੀ ਗੱਲ ਕੀਤੀ। ਹੁਣ ਇਹਨਾਂ ਦਾ ਰੇਡੀਏਸ਼ਨ ਪੈਟਰਨ ਕਿਦਾਂ ਦਾ ਬਣਦਾ, ਮਤਲਬ ਜਿਹੜਾ ਸਿਗਨਲ ਰੇਡੀਏਟ ਹੁੰਦਾ ਕਿਸੇ ਉਹਦਾ ਪੈਟਰਨ ਕਿਦਾਂ ਦਾ ਬਣਦਾ, ਆਪਾਂ ਅੱਗੇ ਡਾਇਗਰਾਮ 'ਚ ਦੇਖਦੇ ਹਾਂ, ਠੀਕ ਹੈ। ਆ ਦੇਖੋ ਐਦਾਂ ਦਾ ਪੈਟਰਨ ਬਣਦਾ। ਆ ਐਂਟੀਨਾ ਦਾ ਐਕਸਿਸ ਆ, ਐਦਾਂ ਵਰਟੀਕਲ ਆ ਔਰ 90 ਡਿਗਰੀ ਤੇ ਡਾਇਰੈਕਸ਼ਨਸ ਹੈ। ਸੋ 8 ਟਾਈਪ ਬਣੇਗਾ, ਮੈਕਸਿਮਮ ਡਾਇਰੈਕਸ਼ਨ ਇੱਧਰ, ਜਿੱਦਾਂ ਹੀ ਆਪਾਂ ਇਹ ਤੋਂ ਪਰਾਂ ਜਾਵਾਂਗੇ ਮੈਕਸਿਮਮ ਪਾਵਰ ਤੋਂ, ਇਹ ਪਾਵਰ ਘਟਦੀ ਜਾਏਗੀ। ਕਲੀਅਰ। ਸੋ 8 ਟਾਈਪ ਦਾ ਇਦਾਂ ਦਾ ਇਹਦਾ ਐਕਸ਼ਨ ਬਣੇਗਾ। ਹੁਣ ਆਪਾਂ ਆ ਇੱਕਦਮ ਛੋਟੇ ਛੋਟੇ ਨਿਊਮੈਰੀਕਲ ਕਰਦੇ ਹਾਂ। ਕਹਿੰਦਾ ਕੈਲਕੂਲੇਟ ਦੀ ਲੈਂਥ ਆਫ ਦੀ ਹਾਫ ਵੇਵ ਡਾਇਪੋਲ ਐਂਟੀਨਾ ਡਿਜ਼ਾਈਨ ਟੂ ਆਪਰੇਟ ਐਟ ਅ ਫ੍ਰੀਕੁਐਂਸੀ। ਲੈਂਥ ਕੱਢਣੀ ਆ ਹਾਫ ਵੇਵ ਡਾਇਪੋਲ ਐਂਟੀਨਾ, ਜਾਨੀ ਵੇਵ ਲੈਂਥ ਕੱਢਣੀ ਆ, ਠੀਕ ਹੈ। ਕੱਲੀ ਲੈਂਥ ਦਾ ਮਤਲਬ ਵੇਵ ਲੈਂਥ ਉਹਦੀ, ਹਾਫ ਵੇਵ ਉਹ ਵੀ ਹਾਫ ਵੇਵ ਡਾਇਪੋਲ ਦੀ, ਜਿੰਨੀ ਪਹਿਲਾਂ ਲੈਂਥ ਕੱਢ ਕੇ ਉਹਨੂੰ 2 ਨਾਲ ਵੰਡ ਲਓ। ਆਪਰੇਟਿੰਗ ਫ੍ਰੀਕੁਐਂਸੀ ਕਿੰਨੀ 100 ਮੈਗਾਹਰਟਸ ਹੈ। तो लैम्डा इज इक्वल टू सी बटे एफ, इस रिलेशन च पुट कर लो। सी सानू पता वेलोसिटी ऑफ लाइट होंगी आ 100 मैगाहर्ट्ज का मान लो मीनस 100 इंटू 10 की पावर 6 हर्ट्ज। इन्हू जो कटिंग करनी है आ जो करनी है तो आ ये भी 2 0 हो गए। 100 की 10 का मतलब 10 की पावर 2 तो आ 10 की 6 10 की 8 बन गया, इन्ना कट के कला 3 रह गया। सो 3 मीटर 3 मीटर जानी लेंथ हो गई, वेव लेंथ हो गई। अगर हाफ वेव बननी तो 3 2 ना बन दो 1.5 मीटर। सो एंटीना डाइपोल की जी लेंथ है वो कितनी हो गई 1.5 मीटर। समझ आ गई? हेलो जी हाँ। हाँ जी अगे एक होर है छोटा जिहा न्यूमेरिकल, एंटीना हैज ए रेडिएशन रजिस्टेंस जी 72 ओम है ना, तो लॉस रजिस्टेंस जी 8 ओम है, यानी टोटल 80 बन गई। और पावर गेन जो है वो 16 है। आ 3 चीज़ां दित्तियां आपां नूं कड्ढण नूं की क्या, एफिशिएंसी ते डायरैक्टिविटी है ना। रेडिएशन रजिस्टेंस 72 ओम दी आ, लॉस रजिस्टेंस जी 8 ओम दी आ आर डी, ठीक है। तो पावर गेन जोड़ा आ वो भी गिवन आ, वो कितना आ 16 ये भी दी आ। पहला तो एफिशिएंसी कढ़ने वास्ते आपां आ फार्मूला लाने एंटीना एफिशिएंसी दी, ऊपर रेडिएशन रजिस्टेंस थले उन्होंने सम रेडिएशन रजिस्टेंस प्लस लॉस, ठीक है। ऊपर 72 बटे 80 ये बन गया 0.09 मीनस 90% एफिशिएंसी। डायरैक्टिविटी कढ़ने वास्ते की करते असीं एफिशिएंसी इनटू डायरैक्टिविटी, जिहड़ा पावर गेन का रिलेशन है डायरैक्टिविटी के नाल वो इदां बनदा पावर गेन इज इक्वल टू डायरैक्टिविटी इनटू एफिशिएंसी। पता लग गया? तो जे इत्थों हुण आपां कढ़ना की है डी डायरैक्टिविटी, डी कढ़नी तो ईटा ये नीचे लै जा, ये गिवन है, ये कितना है 16, तो 16 बटे 90% आप कढ़ ली, जां जे उन्होंने आप पॉइंट लैने तो 0.9 कढ़ ली। सो डायरैक्टिविटी कितनी आ गई भी शाबाश 17.7। क्लीयर है? 70.7 हैं? हाँ जी सर। हाँ क्लीयर है, सौखा ही यस है, सर। ठीक है नहीं। अगे एक छोटा जा फिर होर उन्हें इदा बनाया न्यूमेरिकल टाइप, ये की है आ देखो, मैं अगले पेज से आऊँगा। कहता फॉर ए हाफ वेव डाइपोल, आ हाफ वेव डाइपोल है जिसकी लेंथ एस एंड तो एस एंड तक λ/2 है। एक्सप्लेन एंड प्लॉट द वेरिएशन ऑफ द एंटीना इनपुट रेजिस्टेंस along the length of the antenna, also show the voltage and current distribution along the length। ओके सानू पता ही है जिदा पहला आप करा वोल्टेज एंड करंट डिस्ट्रीब्यूशन, करंट सेंटर च मैक्सिमम होंगे फीड पॉइंट से, इतने वोल्टेज घट है, देखो वोल्टेज घट है ना, तो जी वोल्टेज फार एंड से ज़्यादा आ। सो आ वोल्टेज की डिस्ट्रीब्यूशन आ करंट की डिस्ट्रीब्यूशन अलॉन्ग द लेंथ ऑफ द डाइपोल, ठीक है ना। समझ आ गई? हाँ जी आ जड़ा देखो हुण इहनूं जो एनर्जाइज करना आर एफ सोर्स नाल है, ਉਹਦੀ फ्रीकुएंसी जो भी होएगी उस फ्रीकुएंसी तो वेवलेंथ निकल जाएगी, वेवलेंथ ਨੂੰ 2 ਨਾਲ ਵੰਡ ਲਾ, ਉਹ λ/2 ਹੋ ਗਿਆ, ਇਹ ਉਹਦੀ ਲੈਂਥ ਹੋ ਗਈ। ਹੁਣ ਇਸ ਲੈਂਥ ਦੇ ਅਕ੍ਰੋਸ ਜਾਂ ਇਹਦੀ ਲੈਂਥ ਦੇ ਅਲੋਂਗ ਕਰੰਟ ਦਾ ਐਂਟੀਨੋਡ ਬਣ ਜਾਂਦਾ, ਯਾਨੀ ਕਰੰਟ ਮੈਕਸਿਮਮ ਐਟ ਦੀ ਫੀਡ ਪੁਆਇੰਟ, ਆ ਫੀਡ ਪੁਆਇੰਟ ਹੋ ਗਿਆ ਨਾ, ਪਰ ਵੋਲਟੇਜ ਮਿਨੀਮਮ ਜਾਂ 0 ਐਟ ਦੀ ਫੀਡ ਪੁਆਇੰਟ, ਪਰ ਫਾਰ ਐਂਡ ਦੇ ਕੀ ਵੋਲਟੇਜ ਮੈਕਸਿਮਮ। ਕਲੀਅਰ? जे असी एंटीना रजिस्टेंस की गल करनी आ, एंटीना रजिस्टेंस की गल करनी आ, देखो करंट इत्थे मैक्सिमम आ, ਇਹਦਾ मतलब मिनिमम इत्थे रजिस्टेंस हो गई। पता लग गया? आ देख आ पैटर्न दे विच इत्थे करंट मैक्सिमम ते मिनिमम रजिस्टेंस हो गई। तो फार एंड ते वोल्टेज जिहड़ी आ वो की आ, फार एंड ते ओपन सर्किट वोल्टेज की आ वो मैक्सिमम, ਇਹਦਾ मतलब मैक्सिमम रजिस्टेंस हो गई, ठीक है ना। तो जिहड़ी मिनिमम ते मैक्सिमम दे विचकार है इत्थे रजिस्टेंस वेरी कर रही है, पला पल्ले पै गई। हाँ जी हाँ सिंपल पॉइंट याद रखो, ਜਿਹੜੇ एंटी हाफ वेव डाइपोल ਦੇ फार एंड आ वो ओपन सर्किटेड है, उत्थे मतलब वोल्टेज ज़्यादा होनी है,
ਕਿਉਂਕਿ ਓਪਨ ਸਰਕਟ ਦੀ ਵੋਲਟੇਜ ਹੁੰਦੀ ਹੈ, ਕਰੰਟ ਨਹੀਂ ਹੁੰਦਾ। ਕਰੰਟ ਤੇ ਇਹਲਾ 0 ਦਿਖਾਤਾ ਨਾ ਇੱਧਰ ਵੀ, ਤੇ ਫੀਡ ਪੁਆਇੰਟ ਤੇ ਜਿਹੜਾ ਕਰੰਟ ਮੈਕਸਿਮਮ ਆ, NFTL ਚ ਪੜ੍ਹਦੇ ਹੋਗੇ ਓਪਨ ਸਰਕਟ ਤੇ ਸ਼ਾਰਟ ਸਰਕਟ, ਠੀਕ ਹੈ ਨਹੀਂ। ਹਾਂਜੀ ਸੋ ਆ ਰੈਜ਼ਿਸਟੈਂਸ ਵੇਰੀ ਕਰ ਰਿਹਾ, ਮਿਨੀਮਮ ਇੱਥੇ ਇੰਨੀ, ਮੈਕਸਿਮਮ ਇੰਨੀ, ਤੇ ਆ ਵੇਰੀ ਕਰ ਰਹੀ ਹੈ ਇੱਥੇ। ਮਿਨੀਮਮ ਕਿਉਂ ਆ? ਕਿਉਂਕਿ ਇੱਥੇ ਕਰੰਟ ਮੈਕਸਿਮਮ। ਕਲੀਅਰ? ਹਾਂ ਬੱਚੋ, ਹਾਂਜੀ 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 ਹਾਂ ਠੀਕ ਹੈ ਨਹੀਂ। ਲੈ 6 ਹੀ ਬੱਚੇ ਜੁੜਿਆ, ਕੀ ਕਰੋਗੇ ਤੁਸੀਂ ਇਹਨਾਂ ਦਾ? ਠੀਕ ਹੈ। ਅੱਗੇ ਆਗਾ ਰੇਡੀਏਸ਼ਨ ਪੈਟਰਨ ਫॉर ਡਾਇਪੋਲ ਐਂਟੀਨਾਸ ਆਫ ਡਿਫਰੈਂਟ ਲੈਂਥ। ਦੇਖੋ ਕੱਲਾ ਹਾਫ ਵੇਵ ਡਾਇਪੋਲ ਨਹੀਂ, ਜਿਹਦੀ ਵੇਵ ਲੈਂਥ ਜਿਹੜੀ λ/2 ਆ, ਰੈਜ਼ੋਨੈਂਟ ਲੈਂਥ ਜਿਹਨੂੰ ਕਹਿੰਦੇ ਅਸੀਂ, ਜਾਂ ਮਲਟੀਪਲਸ ਆਫ λ/2 ਆ। ਹੋਰ ਤਰ੍ਹਾਂ ਦੇ ਵੀ ਜਿਹੜੇ ਡਾਇਪੋਲ ਐਂਟੀਨਾਸ ਹੋ ਸਕਦੇ ਆ, ਪਰ ਉਹਨਾਂ ਦੀ ਲੈਂਥ ਅਲੱਗ-ਅਲੱਗ ਹੋਏਗੀ। ਡਾਇਪੋਲ ਲੈਂਥ ਉਹਨਾਂ ਦੀ ਅਲੱਗ-ਅਲੱਗ ਹੋਏਗੀ, ਡਿਫਰੈਂਟ ਲੈਂਥ ਦੇ ਹੋਣਗੇ। ਫਿਰ ਜੇ ਲੈਂਥ ਅਲੱਗ ਹੈ, ਯਾਨੀ ਡਿਫਰੈਂਟ ਡਾਇਪੋਲ ਐਂਟੀਨਾਸ ਦੀ, ਤੇ ਫਿਰ ਉਹਦੇ ਰੇਡੀਏਸ਼ਨ ਪੈਟਰਨ ਵੀ ਅਲੱਗ ਹੋਣਗੇ, ਪਰ ਸਾਰੇ ਹੀ ਮਲਟੀਪਲ ਆਫ λ/2 ਦੇ ਹੋਣਗੇ। λ/2 ਦੇ ਸਾਰੇ ਮਲਟੀਪਲਸ ਹੋਣਗੇ। ਜਿੱਦਾਂ ਆਹ ਦੇਖੋ ਇੱਥੇ ਜਿਹੜੀ ਐਂਟੀਨਾ ਦੀ ਰੈਜ਼ੋਨੈਂਟ ਲੈਂਥ ਆ ਉਹ λ/2 ਆ। ਕਰੰਟ ਇੱਥੇ ਮੈਕਸਿਮਮ ਦਿਖਾਤਾ ਵੋਲਟ, ਤੇ ਵੋਲਟੇਜ ਜਿਹੜੀ ਆ ਫਾਰ ਐਂਡ ਤੇ ਮਿਨੀਮਮ ਦਿਖਾਤੀ, ਸੌਰੀ ਮੈਕਸਿਮਮ ਦਿਖਾਤੀ, ਤੇ ਇੱਕ ਕਰੰਟ ਡਿਸਟ੍ਰੀਬਿਊਸ਼ਨ ਸ਼ੋ ਕੀਤੀ ਉਹਨੇ। ਆ ਕਰੰਟ ਦਿਖਾ ਲਿਆ ਨਾ, ਕਰੰਟ ਫੀਡ ਪੁਆਇੰਟ ਤੇ ਮੈਕਸਿਮਮ ਆ ਸੈਂਟਰ ਦੇ ਵਿੱਚ, ਤੇ ਫਾਰ ਐਂਡ ਤੇ ਕਰੰਟ ਮਿਨੀਮਮ ਆ, ਜਾਣੀ 0 ਹੀ ਕਹਿ ਲਓ, ਪਰ ਫਾਰ ਐਂਡ ਤੇ ਵੋਲਟੇਜ ਜ਼ਿਆਦਾ। ਇਹਦਾ ਜਿਹੜਾ ਰੇਡੀਏਸ਼ਨ ਪੈਟਰਨ ਸੀ ਉਹ ਇਦਾਂ ਦਾ ਬਣਦਾ ਸੀ, A ਟਾਈਪ। ਕਲੀਅਰ? ਇਹ ਤਾਂ ਆਪਾਂ ਦੇਖ ਲਿਆ ਨਾ, ਇਹ ਤਾਂ ਆਪਾਂ ਦੇਖਿਆ ਸੀ। ਪਰ ਜੇ ਲੈਂਥ ਆ ਜਿਹੜੀ λ/2 ਦੀ ਵੀ ਆ, ਲੈਮਡਾ ਹੋਵੇ, ਇਹਦਾ ਮਤਲਬ ਇੱਕ ਅਪਰ ਹਾਫ ਸਾਈਕਲ ਉੱਪਰ, ਇੱਕ ਲੋਅਰ। ਇੱਕ ਹਾਫ ਸਾਈਕਲ ਵਾਸਤੇ ਜੇ λ/2 ਵਾਸਤੇ ਦੇਖੋ 8 ਬਣਦਾ, ਇਹਦਾ ਮਤਲਬ ਆ ਵੀ λ/2 ਬਣ ਗਏ, ਆ ਵੀ λ/2 ਬਣ ਗਏ, ਇੱਕ 8 ਆ ਬਣ ਗਿਆ, ਦੂਜਾ 8 ਆ ਬਣ ਗਿਆ। ਸਮਝ ਆ ਗਈ? 8 ਮੀਨਸ 8, ਹਾਂਜੀ ਪੱਲੇ ਪੈ ਗਈ। ਉਹਦੀ ਲੈਂਥ ਦੇ ਅਲੋਂਗ ਐਂਟੀਨਾ ਦੀ, ਜਿਹੜੀ ਹੁਣ ਇੱਕ ਇਹ ਡਾਇਪੋਲ ਐਂਟੀਨਾ ਜਿਹਦੀ ਵੇਵਲੈਂਥ ਕਿੰਨੀ ਹੈਗੀ, ਲੈਮਡਾ, ਇਹਦੀ ਲੈਂਥ ਦੇ ਅਲੋਂਗ ਕਰੰਟ ਡਿਸਟ੍ਰੀਬਿਊਸ਼ਨ ਇਦਾਂ ਦਿਖਾਈ। ਆ ਦੇਖ, ਇੱਥੇ ਸੈਂਟਰ ਦੇ ਵਿੱਚ ਇਹ ਫੀਡ ਪੁਆਇੰਟ ਆ, ਉਹ ਕਰੰਟ ਮੈਕਸਿਮਮ ਦਿਖਾਤਾ। ਇਹ ਫਾਰ ਐਂਡ ਤੇ, ਇਹ ਨਾ ਐਂਡ ਤੇ ਵੋਲਟੇਜ ਮੈਕਸਿਮਮ ਆਊਗਾ, ਪਰ ਕਰੰਟ ਮਿਨੀਮਮ ਆਊਗਾ। ਇਦਾਂ ਹੀ ਦੂਸਰੇ ਹਾਫ ਸਾਈਕਲ ਵਾਸਤੇ, ਠੀਕ ਹੈ ਨਾ। ਸੋ ਇਹਦਾ ਰੇਡੀਏਸ਼ਨ ਪੈਟਰਨ 8 ਬਣ ਗਿਆ। ਅਗਰ ਹੁਣ ਸਾਈਕਲ ਜਿਹੜੀਆਂ ਆਲਟਰਨੇਸ਼ਨ 3 ਹੋਣ, ਵੱਲ 1.5 ਸਾਈਕਲ ਹੋਵੇ, ਠੀਕ ਨੇ, ਇੱਕ ਸਾਈਕਲ ਪੂਰਾ ਉਹਦੀਆਂ 2 ਆਲਟਰਨੇਸ਼ਨ ਆ, ਉਹਦੇ ਵਿੱਚ 8 ਬਣ ਗਿਆ। ਇਹਦੇ ਵਿੱਚ ਫਿਰ ਦੇਖੋ ਇੱਕ ਵਾਸਤੇ ਕਿੰਨੇ ਬਣਦਾ ਸੀ, ਆ 2, ਦੂਜੇ ਵਾਸਤੇ ਵੀ 2, ਤੀਜੇ ਵਾਸਤੇ ਵੀ 2, 6 ਹੋ ਗਈਆਂ ਨਾ। ਆ ਦੇਖੋ 3 ਉੱਪਰ 3 ਥੱਲੇ। ਕਲੀਅਰ? ਹਾਂਜੀ ਹਾਂ ਇਦਾਂ ਹੀ ਹੁਣ, ਕਿਉਂਕਿ ਇਹਦੀ ਵੇਵਲੈਂਥ ਹੈਗੀ λ3 λ/2, ਤੇ ਜੇ ਮੈਂ ਵੇਵਲੈਂਥ 3 ਲੈਮਡਾ ਲੈ ਲਵਾਂ, ਯਾਨੀ 3 ਲੈਮਡਾ, 3 ਲੈਮਡਾ ਮੀਨਸ ਆ ਇੱਕ ਲੈਮਡਾ, ਆ ਦੂਜਾ ਲੈਮਡਾ, ਆ ਤੀਜਾ ਲੈਮਡਾ, 3 ਸਾਈਕਲ ਹੋ ਗਏ, ਠੀਕ ਨੇ। ਇੱਕ ਸਾਈਕਲ ਦੇ ਵਿੱਚ 2 ਆਲਟਰਨੇਸ਼ਨ, ਉਹਦੇ 2 ਬਣਦਾ ਪੈਟਰਨ, ਜਿਹੜਾ ਬਣਦਾ ਰੇਡੀਏਸ਼ਨ ਪੈਟਰਨ 8 ਵਰਗਾ ਬਣਦਾ। ਇਹਦਾ ਮਤਲਬ ਆ ਦੇਖੋ, ਇੱਕ ਲਈ 2, ਦੂਜੇ ਲਈ ਵੀ 2, 4, ਫਿਰ 6, 8, 10 ਤੇ 12, तो 6 ऊपर 6 थले। क्लियर? जी हाँ समझ आ गई। इदा रेडिएशन पैटर्न बनने अलग अलग रेजोनेंट डाइपोल्स के, जिन्ना पता लग गया डिपेंड करता भी रेजोनेंट जो एंटीना उसकी लेंथ कितनी है। समझ आई? जिदा λ/2 आ 2 λ/2 होना, तो 2 ਨਾਲ 2 कट के कला लैमडा रह गया, आ 3 λ/2 होना। ठीक है नहीं? अगे जो 3 लैमडा आ, यदा मतलब इतने तुम देखो भी ये भी λ/2, ये फिर कितना होगा, ये 6 λ/2 बन गया। पता लग गया 6 λ/2। सर 3 into 3 हाँ फिर वो 6 2 ना कट गया, वो 3 रह गया, 3 लैमडा। क्लियर? यस सर। ਇਹ ਸੀਗੇ। ਅੱਗੇ ਆਪਾਂ ਪੜ੍ਹਦੇ ਹਾਂ, ਇਹ ਤਾਂ ਹੁਣ ਰੈਜ਼ੋਨੈਂਟ ਐਂਟੀਨਾ ਦੀ ਗੱਲ ਕਰਦੇ ਹਾਂ। ਹੁਣ ਆਪਾਂ ਪੜ੍ਹਦੇ ਹਾਂ ਡਾਇਰੈਕਸ਼ਨਲ ਹਾਈ ਫ੍ਰੀਕੁਐਂਸੀ ਐਂਟੀਨਾਸ ਕੀ ਨੇ। ਠੀਕ ਹੈ, ਹਾਈ ਫ੍ਰੀਕੁਐਂਸੀ ਐਂਟੀਨਾ ਘਰਾਂ ਦੇ ਵਿੱਚ ਆਮ, ਪਿੰਡਾਂ ਵਿੱਚ ਵੀ ਤੁਸੀਂ ਰਹਿੰਦੇ ਸੀ, ਸ਼ਹਿਰਾਂ 'ਚ ਵੀ ਰਹਿੰਦੇ ਹੋ, ਪਹਿਲਾਂ ਜਿਹੜਾ ਐਂਟੀਨੇ ਲੱਗੇ ਹੁੰਦੇ ਸੀ ਉਹਨੂੰ ਯਾਗੀ ਉਹਦਾ ਐਂਟੀਨਾ ਕਹਿੰਦੇ ਸੀ। ਜਿਹਦਾ ਆਹ ਦੇਖੋ ਹੁੰਦਾ ਸੀ ਨਾ, ਇੱਕ ਬਣਾਇਆ ਹੁੰਦਾ ਸੀ ਇੱਕ ਇਦਾਂ, ਤੇ ਥੱਲੇ ਦਾ ਸਪੋਰਟ ਦਿੱਤੀ ਹੁੰਦੀ ਸੀ, ਮਕੈਨੀਕਲ ਸਪੋਰਟ, ਉਹਨੂੰ ਆਪਾਂ ਘਰ ਦੇ ਬਨੇਰੇ ਦੇ ਉੱਪਰ ਜਾਂ ਉੱਪਰ ਹਾਈਟ ਤੇ ਇਦਾਂ ਟੰਗਦੇ ਦਿੰਦੇ ਸੀ। ਟੰਗਦੇ ਸੀ ਕਿ ਨਹੀਂ? ਅਜੇ ਵੀ ਤੁਹਾਨੂੰ ਉਹ ਐਂਟੀਨਾ ਮਿਲ ਜਾਣਗੇ ਦੇਖਣ 'ਚ। ਮੇਰੀ NFTL ਬੁੱਕ ਦੇ ਵਿੱਚ ਵੀ ਦਿੱਤਾ ਆ, ਉਹ ਪਤਾ ਨਹੀਂ ਹੁਣ ਸ਼ਾਇਦ ਤੁਸੀਂ ਪੜ੍ਹਦੇ ਕਿ ਨਹੀਂ ਪੜ੍ਹਦੇ, ਆਈ ਡੋਂਟ ਨੋ। ਹੈਲੋ, तो हाँ जी सर जी। यागी ਉਹਦਾ हाँ ਐਂਟੀਨਾ जी ਨੂੰ ਵੀ सर। ਅਸੀਂ ਹਾਈ ਫ੍ਰੀਕੁਐਂਸੀ ਐਂਟੀਨਾ ਕਹਿੰਦੇ ਆ। ਇਹ ਡਾਇਰੈਕਸ਼ਨਲ ਐਂਟੀਨਾ ਆ,
ਤੋ ਇਹਦੇ ਵਿੱਚ ਇਹਨੂੰ ਆਪਾਂ ਡਾਇਪੋਲ ਐਰੇਜ਼ ਕਹਿੰਦੇ ਆ। ਐਰੇ ਦਾ ਮਤਲਬ ਇੱਥੇ ਆ ਜ਼ਿਆਦਾ, ਪਰ ਇਹਦੇ ਵਿੱਚ ਆ ਦੇਖੋ ਜਿਹੜਾ ਪਹਿਲਾ ਐਲੀਮੈਂਟ ਹੁੰਦਾ ਇਹ ਲੰਬਾ ਹੁੰਦਾ, ਇਹਦੀ ਲੈਂਥ 0.55 ਲੈਮਡਾ। ਲੈਮਡਾ ਉਹੀ ਆਪਰੇਟਿੰਗ ਵੇਵਲੈਂਥ, ਯਾਨੀ ਹਾਫ ਵੇਵਲੈਂਥ ਤੋਂ ਥੋੜਾ ਜਿਹਾ ਜ਼ਿਆਦਾ। ਠੀਕ ਆ, ਜਿਹੜਾ ਰੇਡੀਏਟਰ ਆ ਜਿਹਨੂੰ ਅਸੀਂ ਡਾਇਪੋਲ ਕਹਿੰਦੇ ਆ, ਇਹਦੀ ਵੇਵਲੈਂਥ ਹਾਫ ਵੇਵ ਹੀ ਹੋ ਗਿਆ 0.5 ਲੈਮਡਾ, ਇਹਨੂੰ ਰੇਡੀਏਟਰ ਕਹਿੰਦੇ ਆ। ਸਮਝ ਆ ਗਈ, ਇਹਨੂੰ ਡਾਇਪੋਲ ਵੀ ਕਹਿੰਦੇ ਆ। ਤੇ ਜਿਹੜਾ ਇਹਦੇ ਅੱਗੇ ਪਿੱਛੇ ਆ ਇਹਨੂੰ ਅਸੀਂ ਡਾਇਰੈਕਟਰ ਕਹਿੰਦੇ ਆ। ਤੋ ਇਹਦੀ ਲੈਂਥ ਅੱਗੇ ਅੱਗੇ ਘਟ ਜਾਣੀ, ਇਹ 0.45 ਲੈਮਡਾ ਆ ਗਈ। ਇਸ ਤੋਂ ਬਾਅਦ ਜਿਹੜਾ ਨਾ ਅਸੀਂ ਆਮ ਘਰਾਂ ਦੇ ਵਿੱਚ ਉਹ ਯਾਗੀ ਉਹਨਾਂ ਐਂਟੀਨਾ ਯੂਜ਼ ਕਰਦੇ ਨੇ, ਜਦੋਂ ਪੁਰਾਣੇ ਟੀਵੀ ਪਿਕਚਰ ਟਿਊਬ ਵਾਲੇ ਹੁੰਦੇ ਸੀ ਤੇ ਸਿਰਫ ਦੋ ਹੀ ਟੀਵੀ ਸਟੇਸ਼ਨ ਆਉਂਦੇ ਹੁੰਦੇ ਸੀ, ਇੱਕ DD1 ਤੇ ਇੱਕ DD2 ਤੇ ਜਾਂ DD ਨੈਸ਼ਨਲ ਆਉਂਦਾ ਹੁੰਦਾ, ਕਿਉਂਕਿ ਪਹਿਲਾਂ ਕੇਬਲ ਨਹੀਂ ਹੁੰਦੀ ਸੀ, ਫਿਰ ਕੇਬਲ ਆ ਗਈ, 8-8 ਦਾ ਚੈਨਲ ਆਉਣ ਲੱਗਾ, ਫਿਰ ਡਿਸ਼ ਐਂਟੀਨਾ ਬਹੁਤ ਵੱਡੇ ਸਾਈਜ਼ ਦਾ ਹੋ ਗਿਆ। ਠੀਕ ਨਹੀਂ, ਉਸ ਤੋਂ ਬਾਅਦ ਤਾਂ ਹੁਣ ਤੱਕ ਕੇਬਲ ਇੰਡਸਟਰੀ ਦੇ ਵਿੱਚ ਬਹੁਤ ਆਊਟਸਟੈਂਡਿੰਗ ਅਚੀਵਮੈਂਟ ਹੋਈ ਹੈ। ਹੁਣ ਤਾਂ ਐਂਟੀਨਾ ਲਗਾਉਣ ਦੀ ਜ਼ਰੂਰਤ ਹੀ ਨਹੀਂ, ਪਤਾ ਸਿਰਫ ਕੇਬਲ ਕਨੈਕਸ਼ਨ ਲਾਓ। ਕਲੀਅਰ ਨਾ? ਜੀ ਹਾਂਜੀ ਸਰ। ਹਾਂ ਹਾਂ, ਜੇ ਤੁਸੀਂ ਡਿਸ਼ ਐਂਟੀਨਾ ਲਗਾਉਣਾ ਆ ਕਿਸੇ, ਜਿੱਦਾਂ ਟਾਟਾ ਦਾ ਲਗਾ ਲਿਆ, ਟਾਟਾ ਸਕਾਈ ਦਾ, ਜਾਂ ਕਿਸੇ ਹੋਰ ਸਰਵਿਸ ਪ੍ਰੋਵਾਈਡਰ ਦਾ ਐਂਟੀਨਾ ਲਗਾਤਾ, ਉਹਦਾ ਸਾਈਜ਼ ਛੋਟਾ, ਕਿਉਂਕਿ ਜਿੰਨੀ ਫ੍ਰੀਕੁਐਂਸੀ ਜ਼ਿਆਦਾ ਤੇ ਉਹਦੀ ਵੇਵਲੈਂਥ ਘਟ ਜਾਣੀ। ਵੇਵਲੈਂਥ ਹੀ ਡਿਸਾਈਡ ਕਰਦੀ ਹੈ ਕਿਸੇ ਵੀ ਇਲੈਕਟ੍ਰੀਕਲ ਜਾਂ ਇਲੈਕਟ੍ਰੋਨਿਕ ਕੰਪੋਨੈਂਟ ਦਾ ਸਾਈਜ਼ ਨੂੰ। ਪਤਾ ਲੱਗ ਗਿਆ? ਹਾਂਜੀ ਜਿੰਨੀ ਫ੍ਰੀਕੁਐਂਸੀ ਜ਼ਿਆਦਾ ਉਹਦੀ ਵੇਵਲੈਂਥ ਘਟ ਜਾਣੀ, ਵੇਵਲੈਂਥ ਦੇ ਅਕੋਰਡਿੰਗਲੀ ਐਂਟੀਨਾ ਦੀ ਹਾਈਟ ਜਾਂ ਬਾਕੀ ਕੰਪੋਨੈਂਟ ਦਾ ਸਾਈਜ਼ ਡਿਸਾਈਡ ਹੋਏਗਾ। ਠੀਕ ਹੈ, ਸੋ ਇਹਨੂੰ ਡਾਇਰੈਕਟਰ ਕਹਿੰਦੇ ਆ, ਇਹਨੂੰ ਰੇਡੀਏਟਰ ਕਹਿੰਦੇ ਆ, ਇਹਨੂੰ ਅਸੀਂ ਰਿਫਲੈਕਟਰ ਕਹਿੰਦੇ ਆ। ਯਾਗੀ ਉਹਦਾ ਐਂਟੀਨਾ ਦੇ ਵਿੱਚ 13 ਐਲੀਮੈਂਟ ਸੀਗੇ, ਰਿਫਲੈਕਟਰ ਵੀ ਕੋਈ ਹੋਣਾ, ਡਾਇਪੋਲ ਵੀ ਕੋਈ ਹੋਣਾ, ਬਾਕੀ 11 ਹੋ ਗਿਆ ਇਹਦਾ ਮਤਲਬ 11 ਤੇ 2 13। ਸਮਝ ਆ ਗਈ? ਤੋਂ ਅੱਗੇ ਅੱਗੇ ਸਾਈਜ਼ ਉਹਨਾਂ ਦਾ ਘਟਦਾ ਹੀ ਜਾਂਦਾ ਇਦਾਂ ਤਾਂ। ਇਹਨਾਂ ਸਾਰਿਆਂ ਨੂੰ ਸਪੋਰਟ ਕਰਨ ਵਾਸਤੇ ਮਕੈਨੀਕਲ ਸਪੋਰਟ ਦੇ ਇੱਕ ਪੁਆਇੰਟ ਆ ਤੇ ਦੂਜਾ ਪੁਆਇੰਟ ਆ, ਇਹਨੂੰ ਅਸੀਂ ਇਹਦੇ ਨਾਲ ਜਿਹੜੀ ਵਾਇਰ ਜੋੜਦੇ ਹੁੰਦੇ ਸੀ ਉਹਨੂੰ ਅਸੀਂ ਫੀਡਰ ਵਾਇਰ ਕਹਿੰਦੇ ਹੁੰਦੇ ਸੀ, ਫੀਡਰ ਵਾਇਰ। ਠੀਕ ਆ, ਤੇ ਕਈ ਵਾਰੀ ਅਸੀਂ ਜਿਹੜਾ ਹਾਈਐਸ, ਹੁਣ ਇਹਦੇ ਵਿੱਚ ਆ ਜਿਹੜਾ ਰੇਡੀਏਟਰ ਹੈ ਇਹਨੂੰ ਅਸੀਂ ਡਰਿਵਨ ਐਲੀਮੈਂਟ ਵੀ ਬੋਲਦੇ ਹਾਂ, ਤੇ ਜਿਹੜਾ ਰਿਫਲੈਕਟਰ ਤੇ ਡਾਇਰੈਕਟਰ ਹੈ ਇਹਨੂੰ ਅਸੀਂ ਪੈਰਾਸਟਿਕ ਐਲੀਮੈਂਟ ਵੀ ਬੋਲਦੇ ਹਾਂ। ਕਲੀਅਰ? ਹਾਂਜੀ ਐਰੇ ਕਿਉਂ ਕਹਿੰਦੇ ਆ? ਕਿਉਂਕਿ ਇਸ ਤੋਂ ਬਾਅਦ ਜਿੱਦਾਂ ਜਿਹੜਾ ਵੀ ਹਾਈ ਫ੍ਰੀਕੁਐਂਸੀ ਡਾਇਰੈਕਸ਼ਨਲ ਐਂਟੀਨਾ ਹੋਊਗਾ ਉਹਦੇ ਵਿੱਚ ਰਿਫਲੈਕਟਰ ਤੇ ਰੇਡੀਏਟਰ ਉਹਦਾ ਇੱਕੋ ਇੱਕ ਹੋਣਾ, ਪਰ ਮਤਲਬ ਜਿਹੜੇ ਕੀ ਬੋਲਦੇ ਆ ਡਾਇਰੈਕਟਰਸ ਉਹ ਜ਼ਿਆਦਾ ਹੋ ਸਕਦੇ ਆ। ਇਦਾਂ ਐਰੇ ਬਣ ਸਕਦਾ, ਇਦਾਂ ਇਹਦਾ ਇੱਕ ਐਰੇ ਬਣਦਾ। ਪਰ ਕਈ ਐਂਟੀਨਾ ਐਸੇ ਵੀ ਆ ਜਿਹਨੂੰ ਐਂਡ ਫਾਇਰ ਐਰੇ ਕਹਿੰਦੇ ਆ, ਬ੍ਰੌਡ ਸਾਈਡ ਐਰੇ ਵੀ ਕਹਿੰਦੇ ਆ, ਉਹਨਾਂ ਦੇ ਵਿੱਚ ਜ਼ਿਆਦਾ ਡਾਇਪੋਲਸ ਹੋ ਸਕਦੇ ਆ। ਕਲੀਅਰ? ਹੈਲੋ, ਰੇਡੀਏਸ਼ਨ ਪੈਟਰਨ ਇਹਦਾ ਦਿਖਾਤਾ, ਆ ਰੇਡੀਏਟਰ ਦਿਖਾਇਆ, ਆ ਰੇਡੀਏਟਰ ਦਿਖਾਇਆ, ਆ ਡਾਇਰੈਕਟਰ ਦਿਖਾਇਆ, ਪਿਛਲੇ ਪਾਸੇ ਰਿਫਲੈਕਟਰ। ਯਾਨੀ ਰਿਫਲੈਕਟਰ ਦਾ ਕੰਮ ਜਿਹੜੀਆਂ ਵੀ ਵੇਵਸ ਅੱਗੇ ਗਈਆਂ ਰਿਫਲੈਕਟਰ ਨੇ ਇੱਥੋਂ ਰਿਫਲੈਕਟ ਕਰੀ ਜਾਣੀਆਂ ਟੁਵਾਰਡਸ ਫੀਡ ਪੁਆਇੰਟ, ਤੋਂ ਇਹਨਾਂ ਡਾਇਰੈਕਟਰ ਜਿੰਨੇ ਵੀ ਡਾਇਰੈਕਟਰ ਉਹਨਾਂ ਦਾ ਕੰਮ ਹੈ ਜਿਹੜੀਆਂ ਵੇਵਸ ਆ ਰਹੀਆਂ ਉਹਨੂੰ ਡਾਇਰੈਕਟ ਕਰਨਾ ਟੁਵਾਰਡਸ ਫੀਡ ਪੁਆਇੰਟ, ਜਿਹੜੀਆਂ ਇੱਥੋਂ ਉੱਪਰ ਲੰਘ ਗਈਆਂ ਉਹ ਇੱਥੋਂ ਰਿਫਲੈਕਟ ਹੋ ਕੇ ਫੀਡ ਪੁਆਇੰਟ ਤੇ ਆ ਜਾਣੀਆਂ। ਕਲੀਅਰ ਹੋ ਗਈ ਗੱਲ? ਹੈਲੋ ਹਾਂਜੀ ਹਾਂ, ਬੋਲਦੇ ਨਹੀਂ? ਯਸ ਸਰ। ਹਾਂਜੀ ਸਰ ਬੋਲ ਰਹੇ ਸੀ। ਠੀਕ ਨਹੀਂ ਤੇ ਹੈਲੋ ਹਾਂਜੀ, ਅੱਗੇ ਹੈਗਾ ਦੇਖੋ ਇਦਾਂ ਹੀ ਕੁਛ ਨੇ ਹੋਰ ਦਿਖਾ ਲਿਆ, ਜਿੱਦਾਂ ਹੌਰੀਜੈਂਟਲ ਡਾਇਪੋਲ ਟਰਨ ਸਟਾਈਲ ਰੇਡੀਏਸ਼ਨ ਪੈਟਰਨ ਐਂਡ ਸਟੈਕਡ ਐਰੇ। ਆ ਸਟੈਕਡ ਐਰੇ ਆ, ਮਤਲਬ ਡਾਇਪੋਲ ਕਨਫਿਗਰੇਸ਼ਨ ਰੇਡੀਏਸ਼ਨ ਪੈਟਰਨ 4 ਵੇ ਐਰੇ। ਇਦਾਂ ਦੇ ਐਰੇ ਮੀਨਸ ਜ਼ਿਆਦਾ, ਜਿੱਦਾਂ ਇੱਕ ਆ ਦਿਖਾਤਾ, ਜਿੱਦਾਂ ਇੱਕ ਇੱਥੇ ਦਿਖਾਇਆ ਇਦਾਂ ਇਹਦੇ ਵਿੱਚ ਵੀ ਇੱਕ ਦਿਖਾਇਆ, ਇਹ ਰੇਡੀਏਸ਼ਨ ਪੈਟਰਨ ਬਣਾਤਾ, ਇਹਦਾ ਇਦਾਂ ਦਾ ਰੇਡੀਏਸ਼ਨ ਪੈਟਰਨ ਬਣ ਗਿਆ। ਆ ਡਾਇਪੋਲ ਦੀ ਕਨਫਿਗਰੇਸ਼ਨ ਆ। ਜੇ ਅਸੀਂ ਬਹੁਤ ਸਾਰੇ ਡਾਇਪੋਲਸ ਨੂੰ ਇਦਾਂ ਇਸ ਫਾਰਮ 'ਚ ਲਗਾ ਦਈਏ ਉਹ ਐਰੇ ਬਣ ਜਾਂਦਾ। ਕਿੰਨੇ ਲਗਾਏ? 4, ਇਹ 4 ਵੇ ਐਰੇ ਬਣ ਗਿਆ। ਕਲੀਅਰ? ਹਾਂਜੀ ਹਾਂ, ਹੁਣ ਆਪਾਂ ਉਹਦੀ ਗੱਲ ਕਰਦੇ ਹਾਂ। ਥੀਸ ਐਲੀਮੈਂਟਸ ਆਰ ਪਲੇਸਡ ਕਲੋਜ਼ ਟੁਗੇਦਰ so they will remain within each other's induction number. Okay, so they interact with each other and produce a resulting radiation pattern. ਲਾਗੇ ਲਾਗੇ interact ਕਰਨਗੇ, ਫਿਰ resulting radiation pattern ਜਿਹੜਾ produce ਹੋਏਗਾ। gain of such a structure is generally higher than 50. It's possible to obtain an omnidirectional pattern in the horizontal plane by using the turnstile array. Okay, ਇਹਦੀ ਗੱਲ ਹੈ, ਇਹਨੂੰ turnstile array ਵੀ ਕਹਿੰਦਾ। ਇਹਦਾ ਜਿਹੜਾ ਰੇਡੀਏਸ਼ਨ ਪੈਟਰਨ ਉਹ ਓਮਨੀ ਡਾਇਰੈਕਸ਼ਨ ਹੋਏਗਾ।
ठीक है, in the horizontal plane by using turnstile array. Such an array is generally used for TV broadcasting, क्योंकि TV ਦੀ broadcasting ਤਾਂ ਸਾਨੂੰ ਚਾਰੋਂ ਦਿਸ਼ਾਵਾਂ ਦੇ ਵਿੱਚ, ਸਾਰੀਆਂ ਦਿਸ਼ਾਵਾਂ ਦੇ ਵਿੱਚ ਸਿਗਨਲ ਜਿਹੜਾ ਇਕੁਅਲੀ ਰੇਡੀਏਟ ਕਰਨਾ ਪੈਣਾ, ਪਤਾ ਲੱਗ ਗਿਆ? ਇਕੁਅਲੀ ਰੇਡੀਏਟ ਕਰਨ, ਉਹਨੂੰ ਅਸੀਂ ਓਮਨੀ ਕਹਿੰਦੇ ਆ, ਓਮਨੀ। ਜਿੱਦਾਂ ਪਰਮਾਤਮਾ ਨੂੰ ਕਹਿੰਦੇ ਕਿ ਉਹ ਓਮਨੀ ਪ੍ਰੈਜ਼ੈਂਟ ਹੈ, ਓਮਨੀ ਪ੍ਰੈਜ਼ੈਂਟ ਦਾ ਮਤਲਬ ਸਾਰੇ ਪਾਸੇ। ਸਮਝ ਆਈ? जी ਪ੍ਰਾਸਟਿਕ sir। ਐਲੀਮੈਂਟਸ ਐਂਡ ਡ੍ਰਿਵਨ। ਪ੍ਰਾਸਟਿਕ ਜਿਹੜਾ ਮੈਂ ਪਹਿਲਾਂ ਰਿਫਲੈਕਟਰ ਕਿਹਾ ਤੇ ਨਾਲ ਇਧਰਲੇ ਪਾਸੇ ਡਾਇਰੈਕਟਰ ਕਿਹਾ, ਸੈਂਟਰ ਦੇ ਵਿੱਚ ਰੇਡੀਏਟਰ ਕਿਹਾ, ਉਹਨੂੰ ਡ੍ਰਿਵਨ ਐਲੀਮੈਂਟ ਬੋਲਦਾ। ਕਹਿੰਦਾ ਕੀ ਦੇਖੋ, radiating element is connected to the output of a transmitter and called as the driven element। ਜਿਸ ਵੀ ਐਲੀਮੈਂਟ ਨੇ ਰੇਡੀਏਟ ਕਰਨਾ ਐਂਟੀਨਾ ਦੇ ਵਿੱਚ, ਜਿੱਦਾਂ ਉੱਪਰ ਡ੍ਰਿਵਨ ਦੀ ਗੱਲ ਕੀਤੀ ਜਿਹਨੂੰ ਡਾਇਪੋਲ ਕਹਿੰਦੇ ਆ, ਉਹਨੂੰ ਆਪਾਂ ਜੋੜਦੇ ਕਿਹਦੇ ਨਾਲ? ਟਰਾਂਸਮਿਟਰ ਦੀ ਆਊਟਪੁੱਟ ਨਾਲ। ਜਿਸ ਟਰਾਂਸਮਿਟਰ ਤੋਂ ਸਿਗਨਲ ਨੂੰ ਟਰਾਂਸਮਿਟ ਕਰਨਾ, ਉਹਦੀ ਆਊਟਪੁੱਟ ਨੂੰ ਐਂਟੀਨਾ ਦੇ ਰੇਡੀਏਟਿੰਗ ਐਲੀਮੈਂਟ ਨਾਲ ਜੋੜਦੇ। ਰੇਡੀਏਟਿੰਗ ਐਲੀਮੈਂਟ ਦਾ ਦੂਜਾ ਨਾਮ ਕੀ ਹੈ? ਸ਼ਾਬਾਸ਼, ਡ੍ਰਿਵਨ ਐਲੀਮੈਂਟ। ਤੀਜਾ ਨਾਮ ਕੀ ਆ? ਡਾਇਪੋਲ। ਸਮਝ ਆ ਗਈ? ਹਾਂ, ਉਸਨੇ ਰੇਡੀਏਟ ਕਰਨਾ, ਅਸੀਂ ਉਹਨੂੰ ਡ੍ਰਿਵਨ ਐਲੀਮੈਂਟ ਵੀ ਕਹਿੰਦੇ। ਦੀ ਐਲੀਮੈਂਟਸ ਵਿਚ ਆਰ ਨਾਟ ਕਨੈਕਟਡ ਟੂ ਦੀ ਟਰਾਂਸਮਿਟਰ, ਉਹ ਕਿਹੜੇ ਆ ਗਏ? ਪ੍ਰਾਸਟਿਕ। ਜਿਹੜੇ ਟਰਾਂਸਮਿਟਰ ਨੂੰ ਐਲੀਮੈਂਟ ਨਹੀਂ ਕਨੈਕਟ ਕਰਦੇ, ਉਹ ਕੌਣ ਆ? ਉਹਨੂੰ ਪੈਰਾਸਟਿਕ ਬੋਲਦੇ ਆ, ਪੈਰਾਸਟਿਕ। ਪ੍ਰਾਸਟਿਕ ਵੀ ਕਹਿੰਦੇ ਨੇ, ਜਿਵੇਂ ਜਿਹਦੇ ਵਿੱਚ ਰਿਫਲੈਕਟਰ ਤੇ ਡਾਇਰੈਕਟਰਸ ਆ ਗਏ। ਕਲੀਅਰ ਹੋ ਗਿਆ ਬੇਟੇ? ਮਤਲਬ ਟਰਾਂਸਮਿਟਰ ਮੀਨਸ ਫੀਡ ਪੁਆਇੰਟ, ਜਿਹੜਾ ਜਿੱਧਰੋਂ ਵੀ ਟਰਾਂਸਮਿਟਰ ਸੈਕਸ਼ਨ ਹੈ, ਉਹਦਾ ਜਿਹੜਾ ਸਿਗਨਲ ਟਰਾਂਸਮਿਟ ਕਰਨ ਲਈ ਐਂਟੀਨਾ ਦੇ ਥਰੂ, ਐਂਟੀਨਾ ਦੇ ਫੀਡਰ ਪੁਆਇੰਟ ਤੋਂ ਆਪਾਂ ਡ੍ਰਿਵਨ ਐਲੀਮੈਂਟ ਨੂੰ, ਜਾਂ ਅਸੀਂ ਹੋਰ ਕਿਹਨੂੰ ਕਹਿੰਦੇ ਆ? ਅਸੀਂ ਡ੍ਰਿਵਨ ਐਲੀਮੈਂਟ ਦੀ ਗੱਲ ਕਰ ਲਓ, ਜਾਂ ਕਿਹਨੂੰ ਕਹਿੰਦੇ ਆ? ਡਾਇਪੋਲ ਕਰ ਲਓ। ਸਮਝ ਆ ਗਈ? ਅਸੀਂ ਉਹਨੂੰ ਡ੍ਰਿਵਨ ਐਲੀਮੈਂਟ ਵੀ ਕਹਿੰਦੇ ਆ, ਠੀਕ ਹੈ, ਜਾਂ ਉਹਨੂੰ ਡਾਇਪੋਲ ਵੀ ਕਹਿੰਦੇ, ਜਾਂ ਅਸੀਂ ਉਹਨੂੰ ਰੇਡੀਏਟਰ ਵੀ ਕਹਿੰਦੇ। ਉਹਦੇ ਨਾਲ ਟਰਾਂਸਮਿਟਰ ਦੀ ਆਊਟਪੁੱਟ ਨੂੰ ਜੋੜ ਦੇਣਾ। तो उस डायग्राम देखते प्लास्टिक एलिमेंट्स आर डायरेक्टर द रिफ्लेक्टर, दीज दोज विच आर लॉन्गर दैन दी ड्रिवन। और ये हाँ खास करके रिफ्लैक्टर ये लॉन्गर हुंदा ड्रिवन एलिमेंट नाल, ठीक है, उन्होंने असं रिफ्लैक्टर कहने आ, जिहड़ा छोटा होया उन्होंने असं डायरेक्टर कहने। की समझ आ गई? हेलो, ड्रिवन एलिमेंट जिहड़ा छोटा एलिमेंट होया उन्होंने असीं डायरेक्टर्स कहने। हुण एरे दे टाइप की आ? टर्न स्टाइल आपां देख लिया, ब्रॉड साइड एरे ते एंड फायर एरे इन्हें सिर्फ इत्थे लिखिया आ, गां एक्सप्लेन नहीं किया। तो मैं किसी वेले किसी होर बुक दे विचों ब्रॉड साइड एरे ते एंड फायर एरे नूं एक्सप्लेन करूँगा, ठीक है। हुण जिस एंटीना नूं असीं फीड करना एनर्जाइज करना, ਉਹਨੂੰ ਅਸੀਂ ਸਿਲੈਕਟ ਕਿੱਦਾਂ ਕਰਨਾ? ਸਿਲੈਕਸ਼ਨ ਆਫ ਫੀਡ ਪੁਆਇੰਟ, ਯਾਨੀ ਫੀਡ ਪੁਆਇੰਟ ਜਿੱਥੋਂ ਐਂਟੀਨਾ ਨੂੰ ਐਨਰਜਾਈਜ਼ ਕਰਨਾ, ਉਹਦੀ ਸਿਲੈਕਸ਼ਨ ਕਿੱਦਾਂ ਕਰਨੀ ਹੈ? ਕਹਿੰਦਾ ਹਾਫ ਵੇਵ ਡਾਇਪੋਲ ਜਿਹਨੂੰ ਡ੍ਰਿਵਨ ਐਲੀਮੈਂਟ ਕਰਦੇ ਆ, ਕਹਿੰਦੇ ਆ, ਆਰ ਜਨਰਲੀ ਫੀਡ ਬਾਈ ਕਨੈਕਟਿੰਗ ਦੀ ਜਨਰੇਟਰ ਐਟ ਦੀ ਸੈਂਟਰ। ਹਾਂ, ਐਂਟੀਨਾ ਜਿਹੜਾ ਆ ਉਹਦੀ ਹਾਫ ਵੇਵ ਡਾਇਪੋਲ ਜਿਹੜੀ ਆ, ਅਸੀਂ ਮੰਨ ਲਓ ਦੇ ਪੂਰੇ ਸੈਂਟਰ ਦੇ ਵਿੱਚ ਜਨਰੇਟਰ ਦੀ ਆਊਟਪੁੱਟ ਉਹਨੂੰ ਲਗਾ ਦਿਓ, ਜਿਹਨਾਂ ਅਸੀਂ ਐਨਰਜਾਈਜ਼ ਕਰਨਾ, ਜਾਂ ਟਰਾਂਸਮਿਟਰ ਦੀ ਆਊਟਪੁੱਟ ਦੇ ਦਿਓ। ਬਟ ਇਟ ਇਜ਼ ਨਾਟ ਆਲਵੇਜ਼ ਟਰੂ। ਅੱਛਾ, ਕਿਉਂ? ਇੰਪੋਰਟੈਂਟ ਫੈਕਟਰ ਵਿਚ ਡਿਸਾਈਡ ਦੀ ਸਿਲੈਕਸ਼ਨ ਆਫ ਦੀ ਫੀਡ ਪੁਆਇੰਟ, ਉਹ ਕਿਹੜੇ ਆ? ਸਰ ਸੈਂਟਰ ਦੇ ਵਿੱਚ ਫੀਡ ਪੁਆਇੰਟ ਦਾ ਲਗਾਉਣਾ ਕੋਈ ਜ਼ਰੂਰੀ ਨਹੀਂ ਆ, ਆਲਵੇਜ਼ ਟਰੂ ਨਹੀਂ ਹੈ, ਕਈ ਵਾਰੀ ਚੱਲ ਜਾਂਦੀ ਗੱਲ। ਪਰ ਹੋਰ ਵੀ ਇੰਪੋਰਟੈਂਟ ਫੈਕਟਰ ਨੇ ਜਿਹੜੇ ਫੀਡ ਪੁਆਇੰਟ ਤੇ ਸਿਲੈਕਸ਼ਨ ਵਾਸਤੇ ਡਿਸਾਈਡ ਕਰਦੇ। ਉਹ ਕਿਹੜੇ? ਐਂਟੀਨਾ ਜਿਹਨੇ ਰੇਡੀਏਟ ਕਰਨਾ, ਉਹਦੀ ਐਂਟੀਨਾ ਇੰਪੀਡੈਂਸ ਕਿੰਨੀ ਹੈ? ਫਿਰ ਐਂਟੀਨਾ ਦੀ ਲੈਂਥ ਆ, ਜਿਹੜਾ ਉਹਦਾ ਹਾਫ ਪਾਵਰ ਪੁਆਇੰਟ ਆ, ਫੀਡ ਪੁਆਇੰਟ ਜਿੱਥੇ ਅਸੀਂ ਉਹਨੂੰ ਐਨਰਜਾਈਜ਼ ਕਰਨਾ, ਉਸ ਫੀਡ ਪੁਆਇੰਟ ਦੀ ਇੰਪੀਡੈਂਸ ਕਿੰਨੀ ਹੈ? ਤੀਜਾ, ਉਹਦੇ ਵਿੱਚ ਵੋਲਟੇਜ ਤੇ ਕਰੰਟ ਦੀ ਫੀਡਬੈਕ ਕਿੰਨੀ ਹੈ? ਸੋ ਇਹ ਸਾਰੇ ਪੁਆਇੰਟਸ ਤੇ ਡਿਪੈਂਡ ਕਰਦਾ ਸਿਲੈਕਸ਼ਨ ਆਫ ਦੀ ਫੀਡ ਪੁਆਇੰਟ। ਕਲੀਅਰ? ਐਂਟੀਨਾ ਇੰਪੀਡੈਂਸ, ਫੀਡ ਪੁਆਇੰਟ ਇੰਪੀਡੈਂਸ ਤੇ ਵੋਲਟੇਜ ਤੇ ਕਰੰਟ ਅਲੋਂਗ ਦੀ ਵੋਲਟੇਜ ਕਰੰਟ ਫੀਡਬੈਕ, ਠੀਕ ਹੈ। ਓਕੇ ਜੀ, ਅੱਗੇ ਹੈਗਾ ਟੈਲੀਸਕੋਪਿਕ ਐਂਟੀਨਾਸ। ਇਹਨੂੰ ਅਸੀਂ ਮਾਰਕਨੀ ਐਂਟੀਨਾ ਵੀ ਕਹਿੰਦੇ ਹਾਂ। ਮੋਸਟ ਆਫ ਦੀ ਮੀਡੀਅਮ ਫ੍ਰੀਕੁਐਂਸੀ ਬ੍ਰੌਡਕਾਸਟ ਐਂਟੀਨਾਸ ਆਰ ਆਫ ਦਿਸ ਟਾਈਪ। ਮੀਡੀਅਮ ਫ੍ਰੀਕੁਐਂਸੀ ਜਿਹੜੀ ਆ ਉਹ 535 ਕਿਲੋ ਹਰਟਜ਼ ਤੋਂ ਲੈ ਕੇ 1650 ਕਿਲੋ ਹਰਟਜ਼ ਆ। ਪਰ ਇਹ ਤਾਂ ਸਿਰਫ ਬ੍ਰੌਡਕਾਸਟਿੰਗ ਰੇਂਜ ਹੈ ਰੇਡੀਓ ਸਟੇਸ਼ਨ ਦੀ, ਠੀਕ ਨਹੀਂ। ਪਰ ਅਸੀਂ ਮੀਡੀਅਮ ਫ੍ਰੀਕੁਐਂਸੀ ਦਾ ਅਦਰਵਾਈਜ਼ ਇਸ ਤੋਂ ਵੀ ਜ਼ਿਆਦਾ ਆ, ਠੀਕ ਨਹੀਂ। ਮੀਡੀਅਮ ਫ੍ਰੀਕੁਐਂਸੀ ਜਿਹੜਾ, ਜੇ ਤੁਸੀਂ ਰੇਡੀਏਸ਼ਨ ਪੈਟਰਨ ਦੇਖੋਗੇ ਤਾਂ ਤੁਹਾਨੂੰ ਪਤਾ ਲੱਗ ਜਾਣਾ। ਇਹਦਾ ਐਕਸਟ੍ਰੀਮਲੀ ਲੋ ਫ੍ਰੀਕੁਐਂਸੀ, वेरी लो फ्रीकुएंसी, फिर वॉइस फ्रीकुएंसी, फिर लो फ्रीकुएंसी, उस बाद हाई फ्रीकुएंसी आ जाता, मीडियम फ्रीकुएंसी, फिर हाई फ्रीकुएंसी आता, ठीक है, फिर वेरी हाई, फिर अल्ट्रा, ठीक है ना, इदा। तो मीडियम फ्रीकुएंसी की रेंज ते ही
ਜਿਹੜੇ ਐਂਟੀਨਾ ਬ੍ਰੌਡਕਾਸਟ ਕਰਦੇ ਨੇ ਅਸੀਂ ਉਹਨੂੰ ਟੈਲੀਸਕੋਪਿਕ ਐਂਟੀਨਾ ਕਹਿੰਦੇ ਨੇ। ਇਸ ਕੈਟਾਗਰੀ ਦਾ ਇਹ ਐਂਟੀਨਾ, ਇਹਨੂੰ ਮਾਰਕਨ ਐਂਟੀਨਾ ਵੀ ਕਹਿੰਦੇ ਆ। ਠੀਕ ਹੈ, ਦਿਸ ਟਾਈਪ ਆਫ ਐਂਟੀਨਾ ਇਜ਼ ਮੇਡ ਅਪ ਆਫ ਵਰਟੀਕਲ ਮਾਸਟ ਪੋਲ ਔਰ a rod which forms the main radiating conductor। ਆ ਦੇਖੋ ਇਹ ਆ ਵਰਟੀਕਲ ਐਂਟੀਨਾ 'ਚ ਲੱਗਾ ਆ ਜਿਹੜਾ ਦੇਖ ਰਿਹਾ ਬੱਚੋ, जी ਇਹ ਵਰਟੀਕਲ ਐਂਟੀਨਾ ਆ। ਇਹਦੇ ਨੀਚੇ ਨਾ ਮੰਨ ਲਓ ਉਹਨੂੰ ਸਟੈਂਡ ਕਰਨ ਵਾਸਤੇ ਇਹਨੂੰ ਵਰਟੀਕਲ ਮਾਸਟ ਪੋਲ ਵੀ ਕਹਿੰਦੇ ਆ ਜਾਂ ਰੋਡ ਕਹਿੰਦੇ ਆ, which forms the main radiating conductor। ਠੀਕ ਆ, other conductor of the antenna is electrically connected to the electrically conducting earth। ਜਿਹੜੇ ਐਂਟੀਨਾ ਦੇ ਬਾਕੀ ਇਲੈਕਟ੍ਰੀਕਲੀ ਅਦਰ ਕੰਡਕਟਰ ਆ ਉਹਨੂੰ ਅਸੀਂ ਇਲੈਕਟ੍ਰੀਕਲੀ ਕਨੈਕਟ ਕੀਤਾ ਹੋਇਆ ਅਰਥ ਦੇ ਨਾਲ, ਇਲੈਕਟ੍ਰੀਕਲੀ ਕੰਡਕਟ ਕਰਨ ਵਾਸਤੇ। if poor soils condition exist, an artificial ground plane is created by burying a mat of heavy conductors। ਕਈ ਵਾਰੀ ਘਰ ਦੇ ਵਿੱਚ ਤੁਸੀਂ ਦੇਖਿਆ ਹੋਣਾ ਆਪਾਂ ਅਰਥਿੰਗ ਕਰਦੇ ਹਾਂ, ਸਾਰੀਆਂ ਚੀਜ਼ਾਂ ਨੂੰ ਕਰਦੇ ਆ ਨਾ। हाँ जी ਕਿਉਂ ਕਰਦੇ? ਸ਼ਾਬਾਸ਼ ਸ਼ਾਬਾਸ਼, ਕਿਉਂ ਕਰਦੇ? ਇਸ ਕਰਕੇ ਕਰਦੇ ਆ ਕਿ ਜਿਹੜੀ मेरा ਥੰਡਰਿੰਗ करंट ਕਰਕੇ ਅਸਮਾਨੀ ਬਿਜਲੀ ਗੜਕਦੀ ਆ ਨਾ ਕਈ ਵਾਰ। जी ना पवे ਆ ਹੁਣ ਇਹਨਾਂ ਦਿਨਾਂ 'ਚ ਦੇਖ ਲਿਆ ਹੋਣਾ 4-5 ਮਿੰਟ ਮੀਂਹ ਪੈ ਰਿਹਾ, ਠੀਕ ਆ, ਬਰਸਾਤਾਂ ਵਿੱਚ ਵੀ ਅਸਮਾਨੀ ਬਿਜਲੀ ਗੜਕਦੀ ਆ, ਉਹ ਵੋਲਟੇਜ ਜਿਹੜੀ ਇੰਨੀ ਡਿਵੈਲਪ ਹੁੰਦੀ ਆ। ਠੀਕ ਆ, ਤੇ ਉਹ ਵੀ ਇਲੈਕਟ੍ਰੋਮੈਗਨੈਟਿਕ ਵੇਵਸ ਦੀ ਫਾਰਮ ਦੇ ਵਿੱਚ ਜਦੋਂ ਇਹਨਾਂ ਤਾਰਾਂ ਦੇ ਪੈਂਦੀ ਆ ਉਹਦੇ ਵਿੱਚ ਸਮਝੋ ਕੰਸਟਰਕਟਿਵਲੀ ਜਾਂ ਡਿਸਟਰਕਟਿਵਲੀ ਐਡ ਅਪ ਹੋ ਜਾਂਦੀ, ਜਿਹਦੇ ਕਰਕੇ ਬਹੁਤ ਜ਼ਿਆਦਾ ਵੋਲਟੇਜ ਵੱਧ ਜਾਂਦੀ ਹੈ। ਤੋ ਸਾਡੀਆਂ ਜਿਹੜੀਆਂ ਘਰਾਂ ਵਿੱਚ ਇਲੈਕਟ੍ਰੀਕਲ ਜਾਂ ਇਲੈਕਟ੍ਰੋਨਿਕਸ ਅਪਲਾਈਐਂਸਿਸ ਲੱਗੀਆਂ ਉਹਦੀ ਰੇਟਡ ਵੈਲਿਊ ਇੰਨੀ ਜ਼ਿਆਦਾ ਵੋਲਟੇਜ ਵੱਧ ਗਈ, ਉਨਾ ਹੀ ਕਰੰਟ ਉਸ ਹਿਸਾਬ ਨਾਲ ਹੀ ਪ੍ਰਪੋਰਸ਼ਨ, ਤੇ ਉਹ ਫਿਰ ਡਿਵਾਈਸ ਕਈ ਵਾਰੀ ਦੇਖਿਆ ਹੋਣਾ ਤੁਸੀਂ ਵੀ ਸ਼ਾਰਟ ਸਰਕਟ ਹੋਣਾ, ਇਹ ਤਾਰਾਂ ਤੁਰਾਂ ਸੜ ਜਾਂਦੀਆਂ। ਤੁਸੀਂ ਪਿੱਛੇ ਜੇ ਇੱਕ ਵੀਡੀਓ ਦੇਖੀ ਸੀ ਵੀ ਅਸਮਾਨੀ ਬਿਜਲੀ ਨਾਲ ਕੁਝ ਖੜੇ ਬੰਦੇ ਦਰਖਤ ਥੱਲੇ ਝੁਲਸ ਗਏ ਸੀ, ਦੇਖੇ ਸੀ? हाँ जी देखी थी जी ਇੰਨਾ ਉਹਦਾ ਜਾਨੀ ਇੰਪੈਕਟ ਆ ਦੇਖੋ। ਸੋ ਕੀ ਕਹਿੰਦਾ ਅਦਰ ਕੰਡਕਟਰ, ਉਹ ਵੀ ਕੀ ਕੀਤਾ, ਉਹ ਇਲੈਕਟ੍ਰੀਕਲੀ ਜਿਹੜਾ ਕੰਡਕਟਰ ਅਗਰ ਕੰਡੀਸ਼ਨ ਜਿੱਥੇ ਅਸੀਂ ਇਹਨੂੰ ਐਂਟੀਨਾ ਨੂੰ ਲਗਾਇਆ ਤੇ ਅਗਰ ਉਹ ਪੂਅਰ ਉਹਦੀਆਂ ਸੋਇਲਸ ਦੀਆਂ ਕੰਡੀਸ਼ਨ ਜਿਹੜੀਆਂ ਪੂਅਰ ਹੈ, ਠੀਕ ਨਹੀਂ, ਫਿਰ ਕੀ ਕਰਦੇ ਆ ਅਸੀਂ ਆਰਟੀਫੀਸ਼ੀਅਲ ਗਰਾਊਂਡ ਪਲੇਨ ਬਣਾਉਂਦੇ ਆ, ਇਜ਼ ਕ੍ਰੀਏਟਡ ਬਾਈ ਬਰੀਇੰਗ ਏ ਮੈਟ ਆਫ ਹੈਵੀ ਕੰਡਕਟਰਸ। ਅਸੀਂ ਜਿੱਦਾਂ ਉਹਦੇ ਵਿੱਚ ਘਰ ਦੀ ਅਰਥਿੰਗ ਕਰਨ ਵਾਸਤੇ ਥੱਲੇ ਅਸੀਂ ਡਿਗਿੰਗ ਕਰਕੇ ਥੱਲੇ ਪਾਈਪ ਵਿਛਾ ਦਿੰਦੇ ਆ, ਥੱਲੇ ਫਿਰ ਅਸੀਂ ਕਲਮੀ ਸ਼ੋਰਾ ਨਮਕ ਵਗੈਰਾ ਵਗੈਰਾ ਪਾ ਕੇ ਤਾਂ ਕਿ ਮੋਇਸਚਰ ਰਵੇ, ਫਿਰ ਅਸੀਂ ਮੋਟੀ ਸਾਰੀ ਤਾਂਬੇ ਦੀ ਸਟ੍ਰਿਪ ਉਹਦੇ ਵਿੱਚ ਭਰਾ ਦਿੰਦੀ ਆ ਤਾਂ ਕਿ ਵਾਧੂ ਘੱਟ ਜਿਹੜੀ ਲਾਈਟ ਕਰਕੇ ਕਰੰਟ ਆਉਣਾ ਉਹ ਗਰਾਊਂਡ ਹੋ ਜਾਏ। ਕਲੀਅਰ ਸਮਝ ਆ ਗਈ? ਇਸੇ ਕਰਕੇ ਗਰਾਊਂਡ ਨੂੰ ਗੁੱਡ ਕੰਡਕਟਰ ਕਹਿੰਦੇ ਆ। ਠੀਕ ਹੈ, ਉਹ ਕਹਿੰਦਾ ਮੈਟ ਆਫ ਹੈਵੀ ਕੰਡਕਟਰਸ ਦਾ ਉਹ ਇੱਕ ਤਿਆਰ ਕਰਕੇ ਗਰਾਊਂਡ ਪਲੇਨ ਜਿਹੜਾ ਆਰਟੀਫੀਸ਼ੀਅਲੀ ਉਹ ਆਪਾਂ ਬਣਾਉਣਾ। ਠੀਕ ਨਹੀਂ, ਸਮਝ ਆ ਗਈ? grounded vertical antenna will have a mirror image of exactly the same height। ਅੱਛਾ, ਇਹਦਾ ਵੀ ਕਿਦਾਂ ਮਿਰਰ ਇਮੇਜ ਦਾ ਕੀ ਮਤਲਬ, ਜਿੰਨਾ ਐਂਟੀਨਾ ਦੀ ਹਾਈਟ ਉੱਪਰ ਹੈ ਉਹਨਾਂ ਐਂਟੀਨਾ ਦੀ ਹਾਈਟ ਸਾਨੂੰ ਗਰਾਊਂਡ ਤੋਂ ਬਿਲੋ ਲੱਗਦੀ ਹੈ, ਤਾਂ ਇਹਨੂੰ ਬੋਲਦੇ ਮਿਰਰ ਇਮੇਜ, ਯਾਨੀ ਐਸ ਪੂਰੇ ਦਾ ਇਮੇਜ ਆ ਬਣ ਗਿਆ। ਕਲੀਅਰ ਹੋ ਗਈ ਗੱਲ? ਆ ਕੰਡਕਟਿੰਗ ਅਰਥ ਸਰਫੇਸ ਹੈ, ਠੀਕ ਹੈ ਨਹੀਂ? ਹੈਲੋ जी सर जी हाँ जी सर। ਇਹ ਤਾਂ ਆਪਾਂ ਕਰ ਚੁੱਕੇ ਹਾਂ। ਨਹੀਂ ਇਹ ਨਹੀਂ यस दोबारा नहीं रिपीट हो गया यस ऐसी गल दोबारा क्यों दोबारा करता नहीं अच्छा दोबारा आ गया नीचे, चलो कोई नहीं, जहाँ पे वो सिलेक्शन गलत हो गई। ठीक है, so ground vertical antenna will have a mirror image of exactly the same height। mirror image does not actually exist but it represents the energy reflected by। अच्छा, mirror image उदा exist नहीं करता, पर करता की फिर represent की करता, but it represent the energy reflected by the conducting ground। ठीक है, मान लो जी ग्राउंड है वो जो कंडक्ट करती उस द्वारा जी एनर्जी रिफ्लैक्ट होती है उन्होंने रिप्रेजेंट करता मिरर इमेज। पता लग गया भाई? हाँ जी आ रिपीट कर गया ਅਸੀਂ ਇੱਥੋਂ ਇੰਨਾ ਰਿਪੀਟ ਹੋ ਗਿਆ। ਠੀਕ ਹੈ, ਤੇ ਆ ਪੁਆਇੰਟ ਆਉਣਾ ਸੀ, ਇਫ ਦੀ ਵਰਟੀਕਲ ਐਂਟੀਨਾ ਇਜ਼ ਆਫ ਹਾਈਟ λ/4 ਤੇ ਫਿਰ ਮਿਰਰ ਇਮੇਜ ਨਾਲ ਉਹਦੀ ਕਿੰਨੀ ਬਣ ਜੂਗੀ, ਜਿੰਨੀ ਉੱਪਰ ਉਹਨੇ ਥੱਲੇ
λ/4 प्लस λ/4 ਉਹ λ/2 ਬਣ ਗਿਆ। ਸਮਝ ਆ ਗਈ? ਹਾਂਜੀ ਹਾਂ ਜਿੱਦਾਂ ਹਾਂ ਜਿੱਦਾਂ ਆ ਉੱਪਰ ਹਾਈਟ λ/4 ਹੈ ਇਹਦੇ ਗਰਾਊਂਡ ਤੋਂ, तो ਇਹਦਾ ਇਮੇਜ ਥੱਲੇ ਆ ਗਿਆ ਲੈਮਡਾ, तो टोटल लेंथ कितनी होगी λ/2। समझ आ गई? तो ये फिर हाफ वेव डाइपोल बन गया। ਇਹਦੇ ਅਕ੍ਰੋਸ ਵੋਲਟੇਜ ਤੇ ਕਰੰਟ ਡਿਸਟ੍ਰੀਬਿਊਸ਼ਨ ਇਦਾਂ ਉਹਨੇ ਸ਼ੋ ਕਰਤਾ, ਰੀਅਲ ਚ ਵੀ ਤੇ ਵਰਚੁਅਲ ਚ ਵੀ। ਤੇ ਰੇਡੀਏਸ਼ਨ ਪੈਟਰਨ ਜਿਹੜਾ ਰੀਅਲ ਹੈ ਉਹਦਾ ਇਦਾਂ ਦਿਖਾਤਾ, ਵਰਚੁਅਲ ਦਾ ਇਦਾਂ ਦਿਖਾਤਾ। ਠੀਕ ਹੈ, ਸਮਝ ਆ ਗਈ? ਹਾਂਜੀ ਬਣਦਾ ਤਾਂ ਕਿਉਂਕਿ ਹਾਫ ਵੇਵ ਡਾਇਪੋਲ ਬਣ ਗਿਆ, ਇਹਦਾ ਦਾ ਰੇਡੀਏਸ਼ਨ ਪੈਟਰਨ ਦਾ 8 ਦਾ ਹੀ ਬਣਨਾ, ਪਰ ਕਿਉਂਕਿ ਅਪਰ ਪਾਰਟ ਐਗਜ਼ਿਸਟ ਕਰਦਾ, ਥੱਲੇ ਵਾਲਾ ਵਰਚੁਅਲ ਹੈ, ਅਸੀਂ ਸ਼ੋ ਤੇ ਕਰਨਾ ਹੀ ਹੈ ਨਾ। ਕਾਰਨ ਅਰਥ ਕਰਕੇ ਜਿਹੜੀ એનર્ਜੀ ਆ ਉਹ ਰਿਫਲੈਕਟ ਹੁੰਦੀ ਹੈ, ਤਾਂ ਵਰਚੁਅਲ ਇਮੇਜ ਬਣਦਾ। ਠੀਕ ਹੈ ਬਈ? ਹਾਂਜੀ ਫਿਜ਼ੀਕਲੀ ਭਾਵੇਂ ਉਹ ਚੀਜ਼ ਐਗਜ਼ਿਸਟ ਨਾ ਕਰੇ। ਠੀਕ ਹੈ, ਅੱਗੇ ਹੈਗਾ grounded vertical antennas are frequently used in VHF for mobile communication surface due to their simple structure. For the mobile antennas, flat metal top of the vehicle is used to provide a ground plane. अच्छा, ਕਾਦੇ ਵਾਸਤੇ? ਮੋਬਾਈਲ ਐਂਟੀਨਾ ਵਾਸਤੇ ਫਲੈਟ ਮੈਟਲ ਟੌਪ ਚਾਹੀਦੀ ਵਹੀਕਲ ਦੀ। ਆ ਦੇਖੋ ਹੈ ਨਾ, ਮੋਬਾਈਲ ਐਂਟੀਨਾ ਦਾ ਮਤਲਬ ਜਿਹੜੇ ਚੱਲਦੇ ਫਿਰਦੇ ਐਂਟੀਨਾ, ਤੇ ਲਗਾਉਣ ਵਾਸਤੇ ਸਾਨੂੰ ਜਿਹੜੀ ਕਾਰ ਦੀ ਸਤਹ ਹੈ, ਆਹ ਟੌਪ ਸਤਹ, ਉਹ ਇੱਕ ਕਿਸਮ ਦਾ ਗਰਾਊਂਡ ਪਲੇਨ ਦਾ ਕੰਮ ਕਰਦੀ ਹੈ। ਕਿਉਂਕਿ ਸਾਡੀ ਗੱਡੀ ਜਿਹੜੀ ਆ, ਤੁਹਾਨੂੰ ਪਤਾ ਗੱਡੀਆਂ ਕਾਰਾਂ ਵਿੱਚ ਵੀ ਤਾਂ ਅਰਥਿੰਗ ਕੀਤੀ ਹੁੰਦੀ ਆ ਨਾ। ਹਾਂਜੀ ਹਾਂ, ਉਹਦੀ ਕਹਿੰਦੇ ਜਿਹੜੀ ਅਪਰ ਬੋਡੀ ਆ ਪਲੇਨ ਆ, ਉਹਦੇ ਉੱਪਰ ਆ ਐਂਟੀਨਾ ਰੱਖਿਆ, ਕਾਰ ਨੇ ਜਦੋਂ ਮੂਵ ਕਰਨਾ ਐਂਟੀਨਾ ਨੇ ਵੀ ਮੂਵ ਕਰਨਾ, ਇਸ ਕਰਕੇ ਉਹਨੂੰ ਮੋਬਾਈਲ ਐਂਟੀਨਾ ਬੋਲਦੇ। ਤੇ ਜਿਹੜਾ ਵਹੀਕਲ ਦਾ ਟੌਪ ਆ ਉਹ ਫਲੈਟ ਮੈਟਲ ਹੁੰਦਾ, ਤੇ ਇਹ ਕੀ ਪ੍ਰੋਵਾਈਡ ਕਰਦਾ? ਗਰਾਊਂਡ ਪਲੇਨ, ਕਿਉਂਕਿ ਅਰਥ ਵੀ ਤਾਂ ਅਰਥਿੰਗ ਕੀਤੀ ਹੁੰਦੀ ਨਾ। ਸਮਝ ਆ ਗਈ? ਲੂਪ ਐਂਟੀਨਾ ਨੈਕਸਟ ਟਾਈਮ ਪੜਾਂਗੇ। ਕਲੀਅਰ? Yes, sir. ਠੀਕ ਹੈ ਜੀ। ਚਲੋ ਓਕੇ, ਆਈ ਐਮ ਗੋਇੰਗ ਟੂ ਸਟਾਪ। Yes, ਸਕਰੀਨਸ਼ਾਟ ਲੈ ਲਓ, sir. ਸਕਰੀਨਸ਼ਾਟ ਲੈ ਲਓ। Yes, sir. Yes, sir. ਓਕੇ ਬੇਟੇ, ਗੁੱਡ ਲੱਕ, ਗੁੱਡ ਡੇ।